किते रामदास किते मुहम्मद इहो कदीमी शोर मिट गया दोहां दा झगड़ा निकल पिया कुछ होर मेरी बुक्कल दे विच चोर मेरी बुक्कल दे विच चोर। सिर्फ एक दो लाइन दा शेर आ जिहड़ा सियासत नूं जिहड़ा कट्टा लगदा है इन्हां ते टुकदा कि गुब्बारे जब फूल जाते हैं गुब्बारे तो देखे ही होने हैं गुब्बारे गुब्बारे पकाने जाने अच्छे कहते हैं गुब्बारे जब फूल जाते हैं पहले क्या थे भूल जाते हैं ये पहला की ही वो भूल गया फटाफट कांग्रेस की पार्टी दे विच रह के तलवे कटदा ही सारियां दे गुब्बारे जब फूल जाते हैं पहले क्या थे भूल जाते हैं ऐ होना जो है। चीतकार विलाप करे आत्मा उसकी छत ही गिर पड़ी उसी पर उसकी मर गया काला जिंदा आत्मा उसकी कभी डरी सहमी पुकारती आत्मा उसकी। ਤੇ 11 ਦਿਨ ਬਾਅਦ ਫਿਰ ਮੀਟਿੰਗ ਇਹ ਵੀ ਔਰ ਤੁਸੀਂ ਡੀਸੀ ਸਾਹਿਬ ਪਿਛਲੀ ਮੀਟਿੰਗ ਚ ਮੌਜੂਦ ਸਨ ਪਹਿਲੀ ਮੀਟਿੰਗ ਸੀਗੀ ਡੀਸੀ ਸਾਹਿਬ ਦੀ ਔਰ ਸਾਹਿਬ ਨੂੰ ਰਿਕੁਐਸਟ ਕੀਤੀ ਤੁਹਾਨੂੰ ਵੀ ਰਿਕੁਐਸਟ ਕੀਤੀ ਕਿ ਹਰ ਮਹੀਨੇ ਮੀਟਿੰਗ ਰੱਖਿਆ ਕਰੋ ਪਰ ਫਿਰ ਵੀ 4 ਮਹੀਨੇ 11 ਦਿਨ ਤੁਸੀਂ ਲਾਏ ਔਰ ਹੁਣ ਵੀ ਜਿਹੜੀ ਮੀਟਿੰਗ ਚੱਲ ਰਹੀ ਹੈ ਤੁਸੀਂ ਸਾਰਿਆਂ ਦੇ ਇਹ ਲੋਕ रोज लोगों दी जुत्तियां खांदे ने लोग इन्हां दे बूहियां ते आके गालां कढदे ने और तुसी अज मतलब मजाक दे विच मुड़ के फिर 6 महीने बाद इस तरह ही मजाक करके चल जाओगे ये मजाक है जी। तुसी एडी वड्डी शहर दी एडी इंपॉर्टेंट सीट दे ऊपर एडी इंपॉर्टेंट चेयर दे ऊपर बैठे हो ये मजाक है जी और तुहानू शर्म आनी चाहिए है तुसी नारी शक्ति तुसी अपमानित करते हो मजाक करके तुहानू शर्म आनी चाहिए मेयर साहब तुहानू बिल्कुल शर्म आनी चाहिए तुसी नारी शक्ति दा कमाल करदे हो तुसी बिल्कुल सही लैंग्वेज है बिल्कुल सही लैंग्वेज है जे तुसी सारे दा मजाक उड़ा सकदे हो ते बिल्कुल सही लैंग्वेज है तुहानू शर्म आनी चाहिए है। नगर निगम पठानकोट में आज हाउस मीटिंग का आयोजन मेयर पन्नालाल भाटिया की अध्यक्षता में किया गया जिसमें डिप्टी कमिश्नर कम नगर निगम कमिश्नर सरदार हरबीर सिंह ने विशेष रूप से शिरकत की। वहीं हाउस मीटिंग में मेन मुद्दा शहर के विकास कार्यों को लेकर रहा। वहीं हाउस मीटिंग में आए हुए पार्षदों ने अपनी अपनी समस्याओं के बारे में डिप्टी कमिश्नर को रूबरू करवाया जिसमें ज्यादा समस्या शहर के सीवरेज ओवरफ्लो तथा गंदे पानी की समस्या रही। वहीं पर डिप्टी कमिश्नर हरबीर सिंह द्वारा सभी पार्षदों तथा चुने हुए नुमाइंदों को आश्वासन दिया कि उनकी हर समस्या का हल किया जाएगा और इसी के साथ एक नए एजेंडे की भी हाउस मीटिंग में पास किया गया। आप भी देखिए फास्ट वे माध्यम से पूरी रिपोर्ट। एजेंडा तो तुहाडे कोल आ जी तुसीं सारा ऑलरेडी सुनिया ही आ भी आपां ਇਹਦੇ ਵਿੱਚ ਲਗਭਗ ਕੋਈ 13-14 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਆ ਜਿਹੜੇ ਹਾਊਸ ਦੀ ਸਾਰਿਆਂ ਦੀ ਸਹਿਮਤੀ ਨਾਲ ਪਾਸ ਹੋ ਗਏ ਨੇ। ਬਾਕੀ ਏਜੰਡੇ ਦੀ ਕਾਪੀ ਲੈ ਲਓ ਹੋਰ ਕੋਈ ਪੁੱਛਣਾ ਮੈਂ ਸਿਰਫ ਇੱਕ ਚੀਜ਼ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਕਿ ਕੱਲ ਮੇਅਰ ਵਾਸੂਦੇਵਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਜਰੀਏ ਇਹ ਆਰੋਪ ਲਗਾਏ ਸੀ ਵੀ ਇਹਨਾਂ ਨੇ ਪਿਛਲੇ ਕੀਤਾ ਨਹੀਂ। ਮੈਂ ਇਹ 7-8 ਮਹੀਨੇ ਦਾ ਪੋਰਸ਼ਨ ਅਗਰ ਛੱਡ ਦੇਵਾਂ ਤੇ ਇਸ ਤੋਂ ਪਿੱਛੇ ਅਸੀਂ ਦੇਖੀਏ ਜਦੋਂ ਕਿ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਬਹੁਤ ਸਾਰੇ ਕੰਮ ਇਹ ਹੁਣ ਵਾਸੂਦੇਵਾ ਜੀ ਨੂੰ ਨਹੀਂ ਦਿਖਦੇ ਉਹ ਕੰਮ ਸਾਡੇ ਕਿਉਂਕਿ ਉਹਨਾਂ ਕੋਲ ਆਪਣੇ ਵਾਸਤੇ ਕਹਿਣ ਨੂੰ ਕੁਝ ਨਹੀਂ ਹੈ ਕਿਉਂਕਿ ਉਹ ਹਮੇਸ਼ਾ ਹੀ ਕਹਿੰਦੇ ਮੈਂ 22 ਕਰੋੜ 29 ਕਰੋੜ ਉਹਨੇ ਇੱਕੋ ਗੱਲ ਹੀ ਨੂੰ ਹੀ ਕਹੀ ਜਾਂਦੇ ਆ। ਸੋ ਮੈਂ ਦੱਸਣਾ ਚਾਹੁੰਦਾ ਵੀ ਗੱਲ 22 ਕਰੋੜ ਜਾਂ 29 ਕਰੋੜ ਦੀ ਨਹੀਂ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਸ਼ਹਿਰ ਵਾਸਤੇ ਕੀ ਕੀਤਾ। ਅਗਰ ਉਹਨਾਂ ਨੇ ਪੁੱਛਿਆ ਤਾਂ ਮੈਂ ਦੱਸਣਾ ਚਾਹੁੰਦਾ ਵੀ ਅੱਜ ਤੋਂ 10 ਮਹੀਨੇ ਪਹਿਲੇ ਜਦੋਂ ਕਿ ਕਾਂਗਰਸ ਦੀ ਸਰਕਾਰ ਸੀਗੀ ਤੇ ਅਸੀਂ ਕੀ ਕੀਤਾ ਸੀ ਕਾਰਪੋਰੇਸ਼ਨ ਨੇ ਕੀ ਕੀਤਾ ਸੀ ਅਸੀਂ ਕਮਿਊਨਿਟੀ ਹਾਲ ਬਣਾਏ ਸੀਗੇ ਕੁਝ ਬਣ ਕੇ ਤਿਆਰ ਹੋ ਗਏ ਤੇ ਕੁਝ ਬਣਨ ਵਾਲੇ ਆ। ਅਸੀਂ ਗਜੀਬੋ ਲਗਾਏ ਸੀ ਪਾਰਕਾਂ ਦੇ ਵਿੱਚ
ਪਾਰਕ ਬਣੇ ਸੀਗੇ, ਪਾਰਕਾਂ ਦੇ ਵਿੱਚ ਝੂਲੇ ਲਾਏ ਗਏ ਆ, ਜਿਮ ਦਾ ਸਮਾਨ ਲਾਇਆ ਗਿਆ, ਬਹਿਣ ਨੂੰ ਬੈਂਚਿਸ ਲਾਏ ਗਏ ਆ, ਹਾਂਜੀ ਸਵਾਗਤੀ ਗੇਟ ਲਗਾਇਆ ਗਿਆ, ਸਲਿੱਪਵੇ ਦੇ ਉੱਤੇ ਤੁਸੀਂ ਦੇਖੋ ਪੋਲ ਲਗਾਏ ਗਏ, ਲਾਈਟਾਂ ਲਗਾਈਆਂ ਗਈਆਂ। ਔਰ ਇਹਨਾਂ ਦੇ ਇਲਾਵਾ ਵਾਟਰ ਸਪਲਾਈ ਪਈ ਹੈ, ਲਗਭਗ 100 ਕਰੋੜ ਰੁਪਏ ਦੇ ਕਰੀਬ ਵਾਟਰ ਸਪਲਾਈ ਸੀਵਰੇਜ ਆਪਣੇ ਸ਼ਹਿਰ 'ਚ ਪਿਆ। ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚ ਟਾਈਲਾਂ ਦਾ ਕੰਮ ਹੋਇਆ। ਸਾਰੇ ਸ਼ਹਿਰ ਦਾ ਕੋਈ ਸ਼ਹਿਰ ਸ਼ਾਇਦ ਐਸਾ ਵਾਰਡ ਨਹੀਂ ਹੈ ਜਿਹਦੇ ਵਿੱਚ ਟਾਈਲਾਂ ਦਾ ਕੰਮ, ਕੰਕਰੀਟ ਦਾ ਕੰਮ ਨਹੀਂ ਹੋਇਆ। ਮੈਂ ਵਾਸੂਦੇਵਾ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆ ਜੋ ਕਹਿੰਦੇ ਹੋ ਵੀ ਕੰਮ ਨਹੀਂ ਹੋਇਆ, ਕੰਮ ਨਹੀਂ ਆ, ਮੈਂ ਕਹਿੰਦਾ ਅਸੀਂ ਇੰਨੇ ਕੰਮ ਗਿਣਾਉਂਦੇ ਆ ਵੀ ਅਸੀਂ ਆਹ ਕੀਤਾ, ਅਸੀਂ ਕਦਾ ਰੇਲਵੇ ਲਾਈਨ ਦੇ ਨਾਲ ਅਸੀਂ ਦੋਨੋਂ ਸਾਈਡ ਟਾਈਲ ਲਗਾਈ ਆ, ਸ਼ਾਇਦ ਕਿਸੇ ਨੇ ਖਾਬ ਲਿਆ ਹੋਏ ਵੀ ਉਹ ਟਾਈਲਾਂ ਲਗਾਉਣ ਦਾ। ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਹਰ ਵੇਲੇ ਇੱਕੋ ਗੱਲ ਨਾ ਕਿਹਾ ਕਰੋ ਵੀ ਜੀ ਇਹਨਾਂ ਨੇ ਸਰਕਾਰ ਨੇ ਕੀਤਾ ਕੁਛ ਨਹੀਂ। ਜੇ ਉਹਨਾਂ ਕੋਲ ਆਪਣੇ ਟਾਈਮ 'ਚ ਕੋਈ ਕੀਤਾ ਦਾ ਕੰਮ ਉਹਨਾਂ ਨੂੰ ਯਾਦ ਆ, ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਇਹ ਕੰਮ ਕੀਤੇ ਦਾ, ਸਿਰਫ 22 ਕਰੋੜ 29 ਕਰੋੜ ਨਾ ਹਰ ਵਾਰੀ ਕਹਿਣ ਮੈਂ ਪੈਸੇ ਛੱਡ ਕੇ ਗਿਆ ਸੀ। ਮੈਂ ਉਹਨਾਂ ਨੂੰ ਪੁੱਛਣਾ ਵੀ ਤੁਹਾਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ ਪੈਸੇ ਛੱਡਣ ਨੂੰ, ਤੁਸੀਂ ਆਪਣਾ ਪੈਸਾ ਸੀਗਾ ਸਰਕਾਰ ਦਾ, ਤੁਸੀਂ ਖਰਚ ਨਹੀਂ ਕਰਿਆ ਆਪਣੇ ਸ਼ਹਿਰ ਵਾਸੀਆਂ ਵਾਸਤੇ। ਉਹ ਤੁਹਾਡੀ ਇੱਕ ਮੈਂ ਸਮਝਦਾ ਉਹ ਤੁਹਾਡੀ ਕਮਜ਼ੋਰੀ ਰਹੀ ਆ ਵੀ ਤੁਸੀਂ ਉਹਨੂੰ ਪੈਸੇ ਨੂੰ ਖਰਚ ਨਹੀਂ ਪਾਏ। ਸੋ ਮੈਂ ਇਹ ਗੱਲ ਕਹਿਣਾ, ਇਹ ਕਹਿਣ ਦੀ ਬਜਾਏ ਜਿਹੜੇ ਕਾਂਗਰਸ ਦੇ ਟਾਈਮ ਕੰਮ ਹੋਇਆ, ਕਮ ਸੇ ਕਮ ਜਿਹੜੇ ਕੰਮ ਕੀਤੇ ਉਹਨਾਂ ਨੂੰ ਉਹਦੀ ਸਰਾਹਨਾ ਵੀ ਕਦੀ ਕਦੀ ਕਰ ਦਿਆ ਕਰੋ। ਏਦਾਂ ਨਹੀਂ ਹੁੰਦਾ ਕੋਈ ਤੁਹਾਡੇ ਉਹ ਨਹੀਂ ਹੈਗਾ ਵੀ ਮੂੰਹ ਪੀੜੋਂ ਲਾ ਪੈਂਦਾ ਜੇ ਸਾਡੀ ਕਿਤੇ ਤਾਰੀਫ ਕਰ ਦੋਗੇ। ਸੋ ਮੈਂ ਇਹੋ ਹੀ ਗੱਲ ਕਹਿਣਾ ਚਾਹੁੰਦਾ ਵੀ ਬਾਰ-ਬਾਰ ਇੱਕੋ ਗੱਲ ਨਾ ਕਹਿਣ ਵੀ ਅਸੀਂ ਕੰਮ ਨਹੀਂ ਕੀਤਾ, ਅਸੀਂ ਕੰਮ ਕਰਨ ਆਏ ਆ। ਜਦੋਂ ਅਸੀਂ ਨਵੀਂ ਸਰਕਾਰ ਅੱਗੇ ਵੀ ਬੇਨਤੀ ਕੀਤੀ ਆ, 50 ਕਰੋੜ ਰੁਪਈਆ ਸਰਕਾਰ ਕੋਲੋਂ ਅਸੀਂ ਮੰਗ ਕੀਤੀ ਆ। ਸਾਡੇ ਇੱਥੋਂ ਦੇ ਜਿਹੜੇ ਮੰਤਰੀ ਅਸੀਂ ਉਹਨਾਂ ਨਾਲ ਵੀ ਮਿਲੇ ਆ, ਪਰਸਨਲੀ ਮਿਲੇ ਆ, ਕਟਾਰੂ ਚੱਕ ਜੀ ਨੂੰ, ਉਹਨਾਂ ਨਾਲ ਵੀ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੂੰ ਵੀ, ਔਰ ਉਹਨਾਂ ਨੂੰ ਕਿਹਾ ਵੀ ਸਾਨੂੰ ਆਪਣਾ ਕਾਰਪੋਰੇਸ਼ਨ ਨੂੰ ਫੰਡ ਦੀ ਜ਼ਰੂਰਤ ਹੈ ਤੇ 50 ਕਰੋੜ ਦੀ ਉਹਨਾਂ ਨੂੰ ਵੀ ਅਸੀਂ ਡਿਮਾਂਡ ਦਿੱਤੀ ਆ। ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿਲਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਨੂੰ ਪੈਸੇ ਦਿਵਾਵਾਂਗੇ। ਮੀਟਿੰਗ ਦੇ ਵਿੱਚ ਦੋ ਸਵਾਲ ਮੇਜਰ ਰਹੇ ਨੇ ਕਿ ਇੱਕ 4 ਮਹੀਨੇ ਬਾਅਦ ਮੀਟਿੰਗ ਕਿਉਂ ਕੀਤੀ ਗਈ, ਕਿਉਂਕਿ ਮਹੀਨੇ ਦੇਖੋ ਮੈਂ ਤੁਹਾਨੂੰ ਸੀਵਰੇਜ ਤੇ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਤਕਰੀਬਨ 70% ਸ਼ਹਿਰ ਦੇ ਵਿੱਚ ਹੈਗੀ ਆ। ਦੇਖੋ ਮੈਂ ਤੁਹਾਨੂੰ ਉਹਦੇ ਵਾਸਤੇ ਹੀ ਦੱਸਣਾ ਚਾਹੁੰਦਾ, ਇਹ ਸਵਾਲ ਵਾਸੂਦੇਵਾ ਜੀ ਨੇ ਕੀਤਾ ਸੀ ਵੀ ਸ਼ਹਿਰ ਦੇ ਵਿੱਚ ਦੇਖੋ ਜੀ ਸਾਰਾ ਸ਼ਹਿਰ ਸੀਵਰੇਜ ਨਾਲ ਚੋਕ ਹੋਇਆ। ਮੈਂ ਐਗਰੀ ਹਾਂ। ਮੈਂ ਉਹਨਾਂ ਨੂੰ ਵੀ ਪੁੱਛਣਾ ਵੀ ਜਦੋਂ ਉਹ 5 ਸਾਲ ਇੱਥੇ ਕਾਰਪੋਰੇਸ਼ਨ 'ਚ ਮੇਰੇ ਤੇ ਕਿਆ ਉਦੋਂ ਸੀਵਰੇਜ ਚੋਕ ਨਹੀਂ ਹੁੰਦੇ, ਤੇ ਜੇ ਉਦੋਂ ਨਹੀਂ ਸੀ ਹੁੰਦੇ ਤਾਂ ਮੈਂ ਉਹਨਾਂ ਦਾ ਚੇਲਾ ਪੈਣ ਨੂੰ ਤਿਆਰ ਹਾਂ। ਮੈਨੂੰ ਕੋਈ ਐਸਾ ਗੁਰਮੰਤਰ ਦੇ ਦੇਣ ਤੇ ਮੈਨੂੰ ਪਤਾ ਲੱਗੇ ਵੀ ਵਾਕਈ ਉਹਨਾਂ ਦੀ ਇਹ ਪਾਲਿਸੀ ਨਾਲ, ਇਹ ਸਕੀਮ ਨਾਲ ਸ਼ਹਿਰ ਦੇ ਵਿੱਚ ਸੀਵਰੇਜ ਦੀ ਜਿਹੜੀ ਸਾਫ਼ ਸਫਾਈ ਠੀਕ ਟਾਈਮ ਨਾਲ ਹੋ ਜਾਂਦੀ ਆ। ਉਹਨਾਂ ਦੇ ਟਾਈਮ ਵੀ ਸੀਵਰੇਜ ਦੀ ਦਿੱਕਤਾਂ ਆਉਂਦੀਆਂ ਸੀ। ਕੁਝ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਐਸੀਆਂ ਆ ਗਈਆਂ ਜਿਹਦੇ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਵੀ ਸੁਪਰੀਮ ਕੋਰਟ ਨੇ ਇਹ ਕਿਹਾ ਭਈ ਸੀਵਰੇਜ ਮੈਨ ਕੋਈ ਵੀ ਆ ਜਿਹੜਾ ਉਹ ਸੀਵਰੇਜ ਦੇ ਉਹਦੇ ਵਿੱਚ ਨਹੀਂ ਬੜੇਗਾ। ਅਸੀਂ ਵੀ ਸੁਪਰੀਮ ਕੋਰਟ ਨਾਲ ਸਹਿਮਤ ਹਾਂ, ਪਰ ਹੁਣ ਇਸ ਤਰ੍ਹਾਂ ਹੈ ਵੀ ਕੁਝ ਸਮੱਸਿਆ ਇਸ ਕਰਕੇ ਵੀ ਆ ਰਹੀਆਂ ਕਿਉਂਕਿ ਗਾਰਾਂ ਜਮ੍ਹਾਂ ਸੀਵਰੇਜ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਚਾਹਾਂਗਾ ਵੀ ਬਾਰ-ਬਾਰ ਆਪਣੀਆਂ ਨਾਲੀਆਂ ਸਾਰੀਆਂ ਹੌਲੀ-ਹੌਲੀ ਕਰਕੇ ਅਸੀਂ ਲਗਭਗ 50-60% ਲੋਕਾਂ ਦੇ ਤਾਂ ਨਾਲੀਆਂ ਗਲੀਆਂ ਸਾਰੀਆਂ ਸੀਵਰੇਜ ਦੇ ਵਿੱਚ ਪਾਤੀਆਂ, ਉਹਨਾਂ ਨਾਲ ਸੀਵਰੇਜ 'ਚ ਕਚਰਾ ਜ਼ਿਆਦਾ ਜਮ੍ਹਾਂ ਹੁੰਦਾ। ਸੋ ਮੈਂ ਉਹਨਾਂ ਨੂੰ ਵੀ ਕਹਾਂਗਾ ਵੀ ਅਪੀਲ ਕਰਦਾ ਆਪਣੇ ਸ਼ਹਿਰ ਵਾਸੀਆਂ ਅੱਗੇ ਕਿ ਥੋੜਾ ਕਚਰਾ ਉਹਦੇ 'ਚ ਘੱਟ ਜਾਵੇ, ਜਿਹਦੇ ਕਰਕੇ ਸਾਨੂੰ ਇਹ ਥੋੜ੍ਹੀਆਂ ਦਿੱਕਤਾਂ ਸੀ। ਸਾਡੇ ਜਿਹੜੇ ਕਾਰਪੋਰੇਸ਼ਨ ਦੇ ਕੁਝ ਕਰਮਚਾਰੀ ਆ ਔਰ ਮੈਂ ਸਮਝਦਾ ਉਹਨਾਂ 'ਚ ਬਹੁਤ ਸਾਰੇ ਦੇਖੋ ਜਿਹੜਾ ਕੰਮ ਕਰਦੇ ਆ ਉਹਨਾਂ ਨੂੰ ਸਰਾਹਨਾ ਵੀ ਚਾਹੀਦਾ। ਮੈਂ ਸਮਝਦਾ ਵੀ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਸੀਵਰੇਜ ਮੈਨ ਆ ਉਹ ਇੱਕ ਅੱਛਾ ਕੰਮ ਕਰਦੇ ਆ ਕਿਉਂਕਿ ਉਹ ਕੰਮ ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਅਸੀਂ ਸਗੋਂ ਉਹਨਾਂ ਦੇ ਰਿਣੀ ਆ ਵੀ ਉਹ ਇਹ ਕਿਹੜਾ ਕੰਮ ਸਾਡਾ ਕਰਦੇ ਆ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਮੈਂ ਉਹਨਾਂ ਨੂੰ ਇੱਕ ਬੇਨਤੀ ਆ ਕਰਨਾ ਚਾਹੁੰਦਾ ਵੀ ਥੋੜੀ ਮਿਹਨਤ ਦੀ ਲੋੜ ਹੈਗੀ ਆ, ਜਿੱਥੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਸਾਡੇ ਸਹਿਯੋਗ ਦੀ ਅਸੀਂ ਸਹਿਯੋਗ ਕਰਾਂਗੇ ਔਰ ਆਪਣੇ ਸ਼ਹਿਰ ਵਾਸੀਆਂ ਨਾਲ ਵੀ ਵਚਨਬੱਧ ਹਾਂ ਵੀ ਉਹਨਾਂ ਨੂੰ ਜਿਹੜੀ ਆ ਸੀਵਰੇਜ ਦੀ ਵਾਟਰ ਸਪਲਾਈ ਗੰਦੇ ਦੀ ਆ ਆਸਤਾ ਉਹਨਾਂ ਨੂੰ ਕੁਝ ਸਮਾਂ ਦੇਖੋ ਹਰ ਚੀਜ਼ 'ਚ ਲੱਗਦਾ। ਅੱਜ ਅਸੀਂ ਕੋਈ ਗਲੀ ਪੁੱਟਣੀ ਹੋਏ ਮੁੜ ਬੰਦੀ ਨਹੀਂ ਹੈ, ਪਹਿਲਾਂ ਲੋਕ ਸਾਡੇ ਕੋਲ ਪਾਈਪ ਪਵਾ ਲੈਂਦੇ ਆ, ਫਿਰ ਉਹਦੇ ਬਾਅਦ ਸਾਨੂੰ ਇਸ ਗੱਲ ਤੋਂ ਵੀ ਤੰਗ ਕਰਦੇ ਪਏ ਇਮੀਡੀਏਟ ਗਲੀ ਵੀ ਬਣਾਈ ਜਾਏ, ਇਹਨੂੰ ਥੋੜਾ ਸਮੇਂ ਲੱਗਦਾ। ਸਰਕਾਰਾਂ ਹੁਣ ਪਹਿਲੇ ਵਾਲੇ ਉਹ ਗੱਲਾਂ ਨਹੀਂ ਰਹੀਆਂ, ਸਰਕਾਰ ਚੇਂਜ ਆ, ਥੋੜਾ ਬਹੁਤਾ ਫੰਡ ਦੀ ਵੀ ਕਮੀ ਆ ਰਹੀ ਆ ਔਰ ਉਮੀਦ ਆ ਵੀ ਕਿਉਂਕਿ ਜਿਸ ਤਰ੍ਹਾਂ ਅਸੀਂ ਸਰਕਾਰ ਅੱਗੇ ਬੇਨਤੀ ਕੀਤੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਉਹਨਾਂ ਨੇ ਅੱਗੇ ਬੇਨਤੀ ਕੀਤੀ ਆ, ਸਾਨੂੰ ਫੰਡ ਆਉਂਦੇ ਹੀ ਅਸੀਂ ਸ਼ਹਿਰ ਦੀਆਂ ਗਲੀਆਂ ਨਾਲੀਆਂ ਸੀਵਰੇਜ ਦੀ ਵਿਵਸਥਾ ਪਾਣੀ ਦੀ ਵਿਵਸਥਾ ਬਿਲਕੁਲ ਸੁਚਾਰੂ ਕਰਨ ਦੇ ਵਿੱਚ ਸક્ષਮ ਆ। ਸਾਡੀ ਕਾਰਪੋਰੇਸ਼ਨ ਉਹ ਕਰਾਂਗੇ। ਤੁਹਾਡੇ ਕੋਲ ਪਾਰਸਲ ਦੇ ਇਲਜ਼ਾਮ ਲਗਾਏ ਗਏ ਨੇ ਭ੍ਰਿਸ਼ਟਾਚਾਰ ਦੇ, ਇਹ ਵਾਲੇ ਦੀ ਇੱਕ ਆਡੀਓ ਵਾਇਰਲ ਹੋਈ ਹੈ। ਦੇਖੋ ਮੈਂ ਤੁਹਾਨੂੰ ਪਤਾ ਹੈ ਮੈਂ ਤੇ ਉਹਦੇ ਵਾਸਤੇ ਇੱਕੋ ਹੀ ਸ਼ੇਅਰ ਕਹਾਂਗਾ ਕਿ ਗੁਬਾਰੇ ਜਬ ਫੂਲ ਜਾਂਦੇ ਹੈ, ਤੁਸੀਂ ਗੁਬਾਰੇ ਦਾ ਮਤਲਬ ਸਮਝਦੇ ਹੋ ਜਿਹਨੂੰ ਅਸੀਂ ਪੰਜਾਬੀ 'ਚ ਭਕਾਨਾ ਕਹਿ ਦਿੰਦੇ ਹਾਂ, ਫਲੂਸ, ਇਹ ਉਹੀ ਫਲੂਸ ਹੈ। ਗੁਬਾਰੇ ਜਬ ਫੂਲ ਜਾਂਦੇ ਹੈ, ਫੁੱਲ ਜਾਂਦੇ ਆ। ਪਹਿਲੇ ਕਿਆ ਥੇ ਭੁੱਲ ਜਾਂਦੇ ਆ, ਮਤਲਬ ਪਹਿਲਾਂ ਕੀ ਸੀਗਾ ਭੁੱਲ ਜਾਂਦੇ। ਸਾਰਾ ਸ਼ਹਿਰ ਜਾਣਦਾ ਉਹਨਾਂ ਨੂੰ ਜਿਹੜੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ। ਮੈਂ ਨਹੀਂ ਆਪਣਾ ਮੂੰਹ ਨਾਂ ਲੈਣਾ, ਚੰਗਾ ਵੀ ਨਹੀਂ ਲੱਗਦਾ ਕਿਉਂਕਿ ਉਹ ਤੁਹਾਡੇ ਸਾਹਮਣੇ ਬੇਫਜ਼ੂਲ ਬੋਲਦੇ ਜੀ ਚੋਰ ਹੈ ਚੋਰ, ਦੱਸਣ ਤੇ ਸਹੀ ਹੈ ਨਾ। ਉਹਨਾਂ ਨੂੰ ਇਹ ਪੁੱਛੋ ਤੁਸੀਂ ਕਿਹੜੇ ਸਾਧ ਹੋ, ਤੁਸੀਂ ਆਪਣਾ ਦੇਖੋ ਆਪਣਾ ਇਤਿਹਾਸ ਦੇਖੋ, ਰਿਕਾਰਡ ਦੇਖੋ,
ਮਾਈਨਿੰਗ ਦੇ ਵਿੱਚ ਉਹਨਾਂ ਦਾ ਨਾਂ ਹਮੇਸ਼ਾ ਉਛਾਲਿਆ ਗਿਆ। ਔਰ ਜਦੋਂ ਇਹਨਾਂ ਨੇ ਵੀ ਸਾਲ ਡੇਢ ਸਾਲ ਕ੍ਰੈਸ਼ਰ ਚਲਾਇਆ, ਤੇ ਤੁਸੀਂ ਆਪ ਸਾਰੇ ਕਹਿੰਦੇ ਹੋ ਵੀ ਕ੍ਰੈਸ਼ਰ ਇੰਡਸਟਰੀ ਦੇ ਵਿੱਚ ਰਹਿ ਕੇ ਵੀ ਇਹਨਾਂ ਨੇ ਸਾਰੀ ਸਾਡੀ ਫਾਰੈਸਟ ਦੀ ਜ਼ਮੀਨ ਸਾਰੀ ਪੁੱਟੀ ਆ, ਔਰ ਪਰਚਾ ਹੁੰਦੇ ਰਹਿ ਗਿਆ ਸੀਗਾ ਇਹਨਾਂ ਤੇ। ਹਾਂਜੀ, ਅਸੀਂ ਤਾਂ ਖੈਰ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ ਲਗਾਉਂਦੇ, ਪਰ ਜਦੋਂ ਕਹਿੰਦੇ ਉਹ ਇੱਕ ਨया ਜ਼ਮਾਨਾ ਪਿਕਚਰ ਹੀ ਪੁਰਾਣੀ ਧਰਮਿੰਦਰ ਦੀ ਤੇ ਹੇਮਾ ਮਾਲਿਨੀ ਦੀ, ਚੋਰੋਂ ਕੋ ਸਾਰੇ ਨਜ਼ਰ ਆਤੇ ਹੈ ਚੋਰ। ਹਾਂਜੀ, ਇਹ ਉਹੀ ਗੱਲ ਮੈਂ ਸਮਝਣਾ ਵੀ ਜਿਹੜਾ ਖੁਦ ਬੰਦਾ ਉਦਾਂ ਦਾ ਹੁੰਦਾ ਉਹਨੂੰ ਸਾਰੇ ਉਦਾਂ ਦੇ ਨਜ਼ਰ ਆਉਂਦੇ ਆ। ਜਿਹੜੀ ਉਹ ਰਿਕਾਰਡਿੰਗ ਵਾਇਰਲ ਹੋਈ ਆ ਉਹਦੇ ਉੱਤੇ ਮੈਂ ਰਿਕਾਰਡਿੰਗ ਹਲੇ ਸੁਣੀ ਨਹੀਂ ਆ ਜੀ। ਦੇਖੋ ਇਸ ਤਰ੍ਹਾਂ ਉਹਦਾ ਕੀ ਕਹਿ ਸਕਦੇ ਆ, ਇਹਨੂੰ ਕੋਈ ਬੰਦਾ ਸਾਹਮਣੇ ਲਿਆਏ, ਇਹ ਕੱਲ ਨੂੰ ਆਪਣਾ ਹੀ ਕੋਈ ਬੰਦਾ ਖੜਾ ਕਰਕੇ ਉਹ ਕੋ ਬੁਲਾ ਦੇਵੇ ਤੇ ਸਾਡੇ ਤੇ ਇਲਜ਼ਾਮ ਲਗਾ ਦੇ। ਦੇਖੋ ਇਹਨਾਂ ਨੇ 33,000 ਦੀ ਗੱਲ ਕੀਤੀ ਆ, ਅੱਜ ਤੱਕ ਕੁਝ ਨਹੀਂ ਸਾਬਤ ਹੋਇਆ। ਸਾਡੇ ਕੋਲ ਸਾਰਾ ਰਿਕਾਰਡ ਹੈਗਾ, ਔਨ ਰਿਕਾਰਡ ਬੰਦੇ ਹੈਗੇ ਆ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਪੈਸੇ ਦਿੱਤੇ ਆ। ਅਸੀਂ ਬਿਲਕੁਲ, ਸਾਡਾ ਦਾਮਨ ਜਿਹੜਾ ਪਾਕ ਸਾਫ਼ ਹੈ। ਅਸੀਂ ਕਿਤੇ ਕੋਈ ਕੋਤਾਹੀ, ਕੋਈ ਕਰਪਸ਼ਨ ਅਸੀਂ ਨਹੀਂ ਕੀਤੀ, ਨਾ ਹੀ ਕੋਈ ਸਾਨੂੰ ਸਾਡੇ ਤੇ ਇਲਜ਼ਾਮ ਲਗਾ ਸਕਦਾ। ਬਾਕੀ ਝੂਠ ਹੈ, ਝੂਠ ਦਾ ਪੈਰ ਨਹੀਂ ਹੁੰਦੇ। ਥੋੜਾ ਟਾਈਮ ਦੇ ਵਿੱਚ ਤੁਹਾਨੂੰ ਇਹ ਨਜ਼ਰ ਆਪੇ ਆਉਂਦਾ ਰਹਿਣਾ। ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਐਕਸ ਮੇਅਰ ਆਪਣੇ ਵਾਸੂਦੇਵਾ ਜੀ ਨੇ ਇੱਕ ਕੱਚੇ ਮਕਾਨਾਂ ਦੀ ਗੱਲ ਕੀਤੀ, ਜਿਹਦੇ ਵਿੱਚ ਸਾਡੇ ਵਿਕਰਮਜੀਤ ਨੇ ਥੋੜਾ ਉਹ ਸਵਾਲ ਚੁੱਕਾਇਆ। ਮੈਂ ਉਹਦੇ ਵਾਸਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਅੱਜ ਤੱਕ ਪਿਛਲੇ ਪੌਣੇ 2 ਸਾਲ ਦੇ ਸਮੇਂ ਤੋਂ ਹੁਣ ਤੱਕ ਲੈ ਕੇ ਅਸੀਂ ਕੋਈ ਵੀ ਇੱਕ ਪਰਸਨ ਐਸਾ ਆਪਣੇ ਦੁਆਰਾ ਪਾਸ ਨਹੀਂ ਕੀਤਾ ਜਿਨ੍ਹਾਂ ਨੂੰ ਕੱਚੇ ਮਕਾਨਾਂ ਦੇ ਪੈਸੇ ਦਿੱਤੇ। ਮੇਅਰ ਵਾਸੂਦੇਵਾ ਜੀ ਜਿੰਨੇ ਲੋਕਾਂ ਦੇ ਪੈਸੇ ਪਾਸ ਕਰ ਗਏ ਹੀ ਆਪਣੀ ਯੂਰੀਡਿਕਸ਼ਨ ਦੇ ਵਿੱਚ, ਆਪਣੀ ਇਨਕੁਆਇਰੀ ਦੇ ਵਿੱਚ, ਅਸੀਂ ਉਹਨਾਂ ਲੋਕਾਂ ਨੂੰ ਹੀ ਅੱਜ ਤੱਕ ਪੈਸੇ ਦੇ ਰਹੇ ਹਾਂ। ਲਗਭਗ 3 ਕਰੋੜ ਦੇ ਕਰੀਬ ਅਸੀਂ ਲੋਕਾਂ ਨੂੰ ਪੈਸੇ ਵੰਡ ਚੁੱਕੇ ਹਾਂ। ਹੁਣ ਕੀ ਆ, ਅੱਗੇ ਸਾਡੀ ਕਾਰਪੋਰੇਸ਼ਨ ਕੋਲ ਪੈਸੇ ਹੁੰਦੇ ਸੀਗੇ ਤੇ ਅਸੀਂ ਹਰ ਮਹੀਨੇ ਇਸ ਤਰ੍ਹਾਂ ਕਰਦੇ ਸੀ, ਕਿਸੇ ਨੂੰ 1 ਇੰਸਟਾਲਮੈਂਟ ਜਾਂਦੀ, ਕਿਸੇ ਨੂੰ 2 ਇੰਸਟਾਲਮੈਂਟਾਂ ਜਾਂਦੀਆਂ, ਕਿਸੇ ਨੂੰ 3 ਜਾਂਦੀਆਂ। ਗਵਰਨਮੈਂਟ ਦੀ ਮੰਗ ਦੇ ਮੁਤਾਬਕ ਅਸੀਂ ਉਹ ਪੈਸੇ ਉਹਨਾਂ ਲੋਕਾਂ ਨੂੰ ਦਿੱਤੇ, ਔਰ ਉਹ ਜਿੰਨੇ ਲੋਕਾਂ ਨੂੰ ਪੈਸੇ ਦਿੱਤੇ ਆ ਅਸੀਂ ਉਹਦੇ 'ਚ ਕਿਤੇ ਵੀ ਸਾਡਾ ਨਾਂ ਨਹੀਂ ਹੈਗਾ। ਸਾਡੇ ਕੌਂਸਲਰ ਅੱਜ ਵੀ ਤਰਲੇ ਮਾਰਦੇ ਆ ਵੀ ਇਹ ਗਰੀਬ ਲੋਕ ਆ, ਇਹਨੂੰ ਪੈਸੇ ਦਿਓ, ਇਹ ਗਰੀਬ ਲੋਕ ਇਹਨੂੰ ਪੈਸੇ ਦਿਓ। ਅਸੀਂ ਉਹਨਾਂ ਲੋਕਾਂ ਨੂੰ ਹੀ ਪੈਸੇ ਦਿੱਤੇ ਆ ਜਿਹੜੇ ਮੇਅਰ ਵਾਸੂਦੇਵਾ ਜੀ ਨੇ ਆਪਣੇ ਟਾਈਮ ਤੇ ਪਾਸ ਕੀਤੇ ਸੀ, ਉਹਨਾਂ ਨੂੰ ਹੀ ਅਸੀਂ ਪੈਸੇ ਦਿੱਤੇ ਆ। 16 ਲੱਖ ਰੁਪਏ ਦੇ ਕਰੀਬ ਅਸੀਂ ਪਿਛਲੇ 1 ਹਫ਼ਤਾ ਪਹਿਲਾਂ ਵੰਡੇ ਆ, ਔਰ ਉਹਨਾਂ ਲੋਕਾਂ ਨੂੰ ਹੀ ਗਿਆ। ਉਹ ਜਦੋਂ ਮਰਜ਼ੀ ਉਹ ਲਿਸਟ ਚੈੱਕ ਕਰ ਲੈਣ। ਸਾਡੇ ਕੌਂਸਲਰਾਂ ਦਾ ਮੈਂ ਇਹ ਗੱਲ ਗਰੰਟੀ ਨਾਲ ਕਹਿ ਸਕਦਾ, ਬਾਰ-ਬਾਰ ਉਹ ਐਵੇਂ ਝੂਠਾ ਇਲਜ਼ਾਮ ਲਾਉਣਾ। ਉਹਨਾਂ ਕੋਲ ਕਹਿਣ ਨੂੰ ਕੋਈ ਵਜਨਦਾਰ ਗੱਲ ਹੋਣੀ ਚਾਹੀਦੀ ਆ, ਕਿਉਂਕਿ ਉਹ ਪੂਰਾ ਮੇਅਰ ਆ, ਇੱਕ ਐਡਵੋਕੇਟ ਆ। ਮੈਂ ਤਾਂ ਚਲੋ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਪੜ੍ਹਾਈ ਲਿਖਾਈ ਦੇ ਵਿੱਚ, ਮੈਂ ਥੋੜਾ ਕਮਜ਼ੋਰ ਹੀ ਆ, ਪਰ ਮੈਂ ਇਹ ਗੱਲ ਜ਼ਰੂਰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕਮ ਸੇ ਕਮ ਤੁਸੀਂ ਲਾਇਰ ਹੋ, ਤੁਸੀਂ ਲਾਇਰ ਨਾ ਹੋ ਜਾਓ, ਉੱਦਾਂ ਹੀ ਨਾ ਹੋ ਜਾਓ ਵੀ ਝੂਠਾ ਹੀ ਤੁਹਾਨੂੰ ਬਣਾਉਣਾ ਪਏ। ਤੁਸੀਂ ਉਹ ਕਰੋ ਜੋ ਤੁਸੀਂ, ਤੁਹਾਡੇ 'ਚ ਕਾਬਲੀਅਤ ਹੈ, ਕਿਉਂਕਿ ਤੁਸੀਂ ਵਧੀਆ ਲੋਕ ਹੋ ਔਰ ਤੁਹਾਨੂੰ ਝੂਠੇ ਇਲਜ਼ਾਮ ਲਗਾਉਣ ਤੋਂ ਬਚਣਾ ਚਾਹੀਦਾ। ਪਾਸ ਹੋਈ ਹੈ, ਲੇਕਿਨ ਇਹਦੇ ਵਿੱਚ ਕੁਝ ਇੰਪੋਰਟੈਂਟ ਗੱਲਾਂ ਮੈਂਬਰਸ ਵੱਲੋਂ ਔਰ ਕੁਝ ਗੱਲਾਂ ਮੇਰੇ ਵੱਲੋਂ ਜਿਹੜੀਆਂ ਕੀਤੀਆਂ ਗਈਆਂ, ਮੈਂ ਉਹਦੇ ਬਾਰੇ ਤੁਹਾਨੂੰ ਚਾਨਣਾ ਪਾ ਦਿੰਦਾ ਕਿ ਇਹ ਜਿਹੜੇ ਐਸਟੀਮੇਟਸ ਅੱਜ ਅਸੀਂ ਪਾਸ ਕੀਤੇ ਹੈ ਕਿ ਪੈਸੇ ਆਣੇ ਹੈ, ਇਹਦੇ ਵਿੱਚ ਕਈ ਜਗ੍ਹਾ ਤੇ ਨਾ ਤੇ ਪੋਲੀਟੀਕਲੀ ਪੁੱਛਿਆ ਗਿਆ, ਨਾ ਆਫੀਸ਼ੀਅਲੀ ਪੁੱਛਿਆ ਗਿਆ, ਨਾ ਸੰਬੰਧਿਤ ਜਈ ਸੰਬੰਧਿਤ ਕੌਂਸਲਰ ਕੋਲ ਗਿਆ। ਇਸ ਗੱਲ ਬਾਰੇ ਮੈਂ ਆਪਣੀ ਪਰਸਨਲੀ ਵੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੈਨੂੰ ਕੋਈ ਐਮਸੀ ਦੀ ਤਾਂ ਮੈਂ ਗੱਲ ਵੱਖਰੀ ਹੈ, ਮੈਂ ਆਪਣੀ ਗੱਲ ਕਰਦਾ ਕਿ ਮੈਨੂੰ ਕੋਈ ਜਈ ਮਿਲ ਕੇ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡੇ ਕੰਮ ਦੀ ਕੀ ਪ੍ਰਾਇੋਰਟੀ ਹੈ, ਕਿਹੜੇ ਕੰਮ ਜ਼ਰੂਰੀ ਹੈ, ਕਿਹੜੇ ਪਾ ਦਈਏ। ਔਰ ਜਿਹੜੇ ਜਈ ਸਾਹਿਬ ਦੀ ਇਹ ਗੱਲ ਕਰ ਰਹੇ ਆ ਉਹਨਾਂ ਨੂੰ ਮਿਲਿਆ ਹੀ ਮੈਂ 8ਵੇਂ ਮਹੀਨੇ, ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਿਆ। ਦੂਸਰੀ ਗੱਲ ਆਪਾਂ ਕੀਤੀ ਹੈ ਕਿ ਜਿਹੜਾ ਇਹ ਨਾਲੇ ਦਾ ਅਸੀਂ ਐਸਟੀਮੇਟ ਪਾਸ ਕੀਤਾ 20 ਲੱਖ ਰੁਪਏ ਦਾ, ਇਹਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਸੈਨੀਟਰੀ ਔਰ ਚੀਫ ਸੈਨੀਟਰੀ ਇੰਸਪੈਕਟਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਏਰੀਏ ਵੰਡੇ ਜਾਣੇ ਚਾਹੀਦੇ ਆ ਤਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਔਰ ਐਮਸੀ ਸਿੱਧਾ ਉਹਨਾਂ ਨੂੰ ਕਹੇ ਕਿ ਭਾਜੀ ਮੇਰਾ ਨਾਲਾ ਬੰਦ ਆ, ਨਾਲਾ ਸਾਫ਼ ਕਰਵਾਓ, ਔਰ ਸੈਨੀਟਰੀ ਆ ਕੇ ਉੱਥੇ ਨਾਲਾ ਹੋ ਕੇ ਸਾਫ਼ ਕਰਵਾਏ। ਜਿਹੜੀ ਪਿੱਛੇ ਪ੍ਰਥਾ ਚਲੀ ਹੈ ਉਹ ਉਸ ਗੱਲ ਦਾ ਮੈਂ ਹਾਊਸ ਦੇ ਅੰਦਰ ਵਿਰੋਧ ਕੀਤਾ ਕਿ ਜਿਹੜਾ ਸਾਡੇ ਮੇਅਰ ਸਾਹਿਬ ਸਿੱਧਾ ਠੇਕੇਦਾਰ ਨੂੰ ਕਹਿੰਦੇ ਆ, ਉਹਦੇ ਨਾਲ ਜਿਹੜਾ ਆ ਇਹ ਕੰਮ ਐਗਜ਼ੀਕਿਊਟ ਸਹੀ ਤਰੀਕੇ ਨਾਲ ਨਹੀਂ ਹੋ ਪਾਇਆ। ਇਸ ਲਈ ਮੈਂ ਕਮਿਸ਼ਨਰ ਸਾਹਿਬ ਅੱਗੇ ਇਹੋ ਹੀ ਦਰਖਾਸਤ ਕੀਤੀ ਹੈ ਕਿ ਇਹਨੂੰ ਜ਼ਿੰਮੇਵਾਰੀ ਅਫਸਰਾਂ ਦੇ ਉੱਤੇ ਦਿੱਤੀ ਜਾਏ, ਨਾ ਕਿ ਕਿਸੇ ਇੱਕ ਵਿਅਕਤੀ ਤੇ। ਇਸ ਤੋਂ ਇਲਾਵਾ ਮੈਂ ਇਹ ਗੱਲ ਕੀਤੀ ਹੈ ਜੀ ਕਿ ਕਈ ਚੀਜ਼ਾਂ ਬੇਸਿਕ ਚੀਜ਼ਾਂ ਜੀ, ਜਿਸ ਤਰ੍ਹਾਂ ਗੁਰੂ ਨਾਨਕ ਟਿਊਬਲ, ਜਿਹੜਾ ਗੁਰੂ ਨਾਨਕ ਮਾਡਲ ਟਾਊਨ ਦਾ ਟਿਊਬਲ ਹੈ, ਉਹ ਪਿਛਲੇ 2 ਮਹੀਨੇ ਤੋਂ ਬੰਦ ਹੈ।
ਔਰ ਉਹਦੇ ਨਾਲ ਅਸੀਂ ਸਾਡਾ ਏਰੀਆ ਦੁਆਰਾ 14-15 ਵਾਰਡ ਅਫੈਕਟਡ ਹੈ, ਲੇਕਿਨ ਉਹ ਤੇ ਕਿਸੇ ਨੇ ਗੌਰ ਨਹੀਂ ਕੀਤਾ। ਇਹ ਅਸੀਂ ਅੱਜ ਕਮਿਸ਼ਨਰ ਸਾਹਿਬ ਦੇ ਧਿਆਨ ਚ ਲਿਆਂਦਾ, ਔਰ ਇਹ ਵੀ ਧਿਆਨ ਚ ਲਿਆਂਦਾ ਕਿ ਕਈ ਟਿਊਬਲ ਜਿਹੜੇ ਆ ਇੰਟਰਕਨੈਕਟਡ ਪੂਰੀ ਤਰ੍ਹਾਂ ਨਹੀਂ ਹੈ, ਉਹਨਾਂ ਨੂੰ ਵੀ ਇੰਟਰਕਨੈਕਟ ਕੀਤਾ ਜਾਣਾ ਚਾਹੀਦਾ। ਔਰ ਕਮਿਸ਼ਨਰ ਸਾਹਿਬ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਸਾਰੇ ਟਿਊਬਲ ਜੇ ਕੋਈ ਰਹਿ ਗਿਆ ਤਾਂ ਅਸੀਂ ਉਹਨੂੰ ਇੰਟਰਕਨੈਕਟ ਕਰਾਂਗੇ। ਮੈਂ ਇੱਕ ਬੜਾ ਮਾਰਮਿਕ ਜੀ, ਬੜੀ ਦਰਦਨਾਕ ਜੀ ਇੱਕ ਗੱਲ ਅੱਜ ਇੱਥੇ ਸਾਰੇ ਹਾਊਸ ਸ਼ੇਅਰ ਕੀਤੀ ਹੈ। ਉਹ ਇਹ ਸ਼ੇਅਰ ਕੀਤੀ ਹੈ ਕਿ ਪਿਛਲੀ ਸਰਕਾਰ ਦੇ ਦੌਰਾਨ, ਸਾਡੀ ਸਰਕਾਰ ਦੇ ਦੌਰਾਨ ਪੈਸੇ ਵੰਡੇ ਗਏ, ਉਹ ਠੀਕ ਬੰਦਿਆਂ ਨੂੰ ਵੰਡੇ ਗਏ, ਗਲਤ ਬੰਦਿਆਂ ਨੂੰ ਵੰਡੇ ਗਏ। ਮੈਂ ਇਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਲੇਕਿਨ ਇੱਕ ਗਰੀਬ ਆਦਮੀ ਜਿਹਦੀ ਛੱਤ ਟੁੱਟਣ ਵਾਲੀ ਸੀ, ਉਹਦੀ ਛੱਤ ਟੁੱਟ ਗਈ ਭਦਰੋਏ ਦੇ ਅੰਦਰ, ਔਰ ਉਹ ਬੰਦਾ ਮਰ ਗਿਆ। ਕਾਲੇ ਨਾਂ ਦਾ ਬੰਦਾ ਸੀ, ਉਹ ਬੰਦਾ ਹੀ ਮਰ ਗਿਆ। ਉਸ ਬੰਦੇ ਦੀ ਵਿਚਾਰੇ ਦੀ ਕੋਈ ਅਪਰੋਚ ਨਹੀਂ ਸੀਗੀ, ਉਹ ਪੈਸੇ ਨਹੀਂ ਲੈ ਸਕਿਆ, ਜਦ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 30,000 ਤੋਂ ਲੈ ਕੇ ਪੌਣੇ 2 ਲੱਖ ਰੁਪਏ ਤੱਕ ਦਿੱਤੇ ਜਾ ਸਕਦੇ ਸੀਗੇ, ਲੇਕਿਨ ਉਹ ਬੰਦਾ ਵਿਚਾਰਾ ਰਹਿ ਗਿਆ। ਮੈਂ ਉਹਦੇ ਤੇ ਇੱਕ ਆਪਣੀ ਲਿਖੀ ਕਵਿਤਾ ਜਿਹੜੀ ਆ ਉਸਦੇ ਅੰਦਰ ਪੜ੍ਹੀ ਸੀਗੀ। ਮੈਂ ਕਿਸੇ ਦੀ ਕਵਿਤਾ ਨਹੀਂ ਪੜ੍ਹਦਾ ਜੀ, ਕਿਸੇ ਦਾ ਸ਼ੇਰ ਮੈਂ ਬੜਾ ਘੱਟ ਪੜ੍ਹਦਾ, ਮੈਂ ਆਪਣੀ ਪੜ੍ਹੀ ਹੈ। रुदन चीतकार विलाप करे आत्मा उसकी, रुदन चीतकार विलाप करे आत्मा उसकी, छत ही गिर पड़ी उसी पर उसकी, मर गया काला जिंदा आत्मा उसकी, दबी डरी सहमी पुकारती आत्मा उसकी, मांगे इंसाफ करे फरियाद आपसे, आप तो मतलब सरकार भी हैगा, मांगे इंसाफ करे फरियाद आपसे, फिक्स करो बनती जिम्मेवारी जिसकी, जिसने नहीं दिलाई छत उसे मिले सजा उसे भी मौत की उसकी, कह रही कारपोरेशन को आत्मा उसकी, कल फिर किसी काले पर गिर ना जाए छत उसकी, मेरी मौत मौत नहीं अनवांटेड मर्डर है, चीतकारे पुकारे आत्मा उसकी। मैं बौना हो गया हूं, मैं बौना हो गया हूं अपनी ही नजरों में क्यों, मैं बौना हो गया अपनी ही नजरों में क्यों, कल फिर किसी काले पर गिर ना जाए छत उसकी। मेरा ये निवेदन कमिश्नर साहब नूं है कि असी जिहड़े योग्य व्यक्ति है जिन्हां नूं ये पैसे मिलने चाहिए है प्रधानमंत्री आवास योजना दे, उन्हां तक ये पैसे नहीं पहुंचे ते कल नूं किसी होर काले दी भी मौत हो सकती है, और ओदी मोरल रिस्पोंसिबिलिटी मेरे वर्गे व्यक्ति दी भी है। मैं सीनियर डिप्टी मेयर हाँ, मैं काउंसलर हाँ, मेरी भी मोरल रिस्पोंसिबिलिटी है, लेकिन असली रिस्पोंसिबिलिटी जिन्हां दी फिक्स होनी चाहिए है, उन्हां दी फिक्स होनी चाहिए है कि जिन्हां दे कारण ਇਹੋ ਜਿਹੇ ਗਰੀਬ ਆਦਮੀ ਨੂੰ ਪੈਸੇ ਨਹੀਂ ਮਿਲੇ। ਬਾਈਕਾਟ ਤੇ ਸਿੱਧਾ ਹੈ ਜੀ ਕਿ ਬਈ ਪਿਛਲਾ ਜਿਹੜਾ ਮਤਾ ਸੀਗਾ ਇਹਨਾਂ ਨੇ 4 ਮਹੀਨੇ ਤੇ 11 ਦਿਨ ਬਾਅਦ ਅੱਜ ਮੀਟਿੰਗ ਆਈ ਹੈ, 22 ਅਗਸਤ ਨੂੰ ਹੋਈ ਤੇ ਉਸ ਮੀਟਿੰਗ 'ਚ ਵੀ ਉਦੋਂ ਡੀਸੀ ਸਾਹਿਬ ਪਹਿਲੀ ਵਾਰੀ ਐਜ਼ ਏ ਕਮਿਸ਼ਨਰ ਉਹਨਾਂ ਨੇ ਮੀਟਿੰਗ ਜੁਆਇਨ ਕੀਤੀ ਸੀ, ਔਰ ਮੇਅਰ ਸਾਹਿਬ ਨੇ ਵੀ ਕਿਹਾ ਸੀ ਕਿ ਵੀ ਹਰ ਮਹੀਨੇ ਮੀਟਿੰਗ ਹੋਏਗੀ, ਪਰ ਅੱਜ ਇਹ ਦੇਖੋ 4 ਮਹੀਨੇ 11 ਦਿਨਾਂ ਬਾਅਦ ਫਿਰ ਮੀਟਿੰਗ ਆਈ ਹੈ। ਤੇ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ, ਕਿਤੇ ਰਾਮਦਾਸ ਕਿਤੇ ਮੁਹੰਮਦ, ਇਹੋ ਕਦੀਮੀ ਸ਼ੋਰ ਮਿਟ ਗਿਆ, ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ, ਮੇਰੀ ਬੁੱਕਲ ਦੇ ਵਿੱਚ ਚੋਰ, ਮੇਰੀ ਬੁੱਕਲ ਦੇ ਵਿੱਚ ਚੋਰ। ਇਹ ਚੋਰ ਨੇ। ਮੈਂ ਅੱਜ ਇੱਕ ਵੀਡੀਓ ਰਿਕਾਰਡਿੰਗ ਜਿਹੜੀ ਆ ਉਹ ਅੱਜ ਹਾਊਸ ਦੀ ਮੀਟਿੰਗ ਵਿੱਚ ਦੱਸੀ ਕਿ ਤੁਹਾਡੇ ਮਤੇ ਇਸ ਕਰਕੇ ਨਹੀਂ ਪਾਸ ਹੋ ਰਹੇ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਵੀ ਜਿਹੜੇ ਪੈਸੇ ਤੁਹਾਨੂੰ ਸਰਕਾਰੀ ਆਏ ਸੀ ਉਹਦੇ ਵਿੱਚ ਕਰੋੜਾਂ ਰੁਪਇਆ ਦਾ ਗਬਨ ਕੀਤਾ ਸੀ, ਜਿਹੜੇ 30,000 ਰੁਪਏ ਕੱਚੇ ਮਕਾਨਾਂ ਦੇ ਜਿਹੜੇ ਇਹਨਾਂ ਨੇ ਆਪਣੇ ਐਮਸੀਆਂ ਦੇ ਖਾਤਿਆਂ 'ਚ ਪਾਏ, ਆਪਣੇ ਬਲੱਡ ਰਿਲੇਸ਼ਨ 'ਚ ਮੇਅਰ ਸਾਹਿਬ ਨੇ ਪਾਏ ਦੇ ਆ, ਠੀਕ ਹੈ ਜੀ, ਔਰ ਇਹਨਾਂ ਨੇ ਆਪਣੇ ਐਮਸੀਆਂ ਦੇ ਖਾਤਿਆਂ 'ਚ ਔਰ ਐਮਸੀਆਂ ਦੇ ਬਲੱਡ ਰਿਲੇਸ਼ਨ ਦੇ ਖਾਤਿਆਂ 'ਚ
ਉਹ 30,000 ਰੁਪਇਆ 10-10 ਕੇਸ ਇੱਕ ਐਮਸੀ ਦੇ ਪਾਸ ਕੀਤੇ ਉਹਦੇ ਬਲੱਡ ਰਿਲੇਸ਼ਨ ਚ, ਔਰ ਲੱਖਾਂ ਰੁਪਏ ਵੱਖਰੇ ਆਪਣੇ ਐਮਸੀਆਂ ਦੇ ਖਾਤਿਆਂ ਚ ਪਾਏ, ਔਰ ਬਾਅਦ ਚੋਂ ਉਹਨਾਂ ਕੋਲੋਂ ਅੱਧੇ ਪੈਸੇ ਵਾਪਸ ਲੈ ਲਏ। ਔਰ ਉਹ ਕੌਣ ਨੇ? ਮੇਅਰ ਪੰਨਾ ਲਾਲ ਭਾਟੀਆ ਨੇ, ਔਰ ਜਿਹੜੇ ਸਾਡੇ ਸਾਬਕਾ ਜਿਹੜੇ ਐਮਐਲਏ ਸਾਹਿਬ ਨੇ ਉਹ ਨੇ। ਔਰ ਐਡਾ ਕਰੋੜਾਂ ਰੁਪਏ ਦਾ ਗਬਨ ਸਾਹਮਣੇ ਤੁਸੀਂ ਕੀਤਾ, ਤੇ ਸਰਕਾਰ ਤੁਹਾਨੂੰ ਕਿਸ ਤਰ੍ਹਾਂ ਦੁਬਾਰਾ ਪੈਸੇ ਦੇ ਦੇ? ਮੈਂ ਇਸੇ ਇਸ਼ੂ ਦੇ ਉੱਪਰ, ਇਹ ਜਿਹੜੀ ਰਿਕਾਰਡਿੰਗ ਹੈ, ਇਸੇ ਇਸ਼ੂ ਦੇ ਉੱਪਰ ਮੇਅਰ ਸਾਹਿਬ ਨੂੰ ਕਹਾਂਗਾ ਕਿ ਇਹ ਰਿਕਾਰਡਿੰਗ ਤੇ ਸ਼ਰੇਆਮ ਸਬੂਤ ਆ ਗਿਆ। ਇਹ ਰਿਕਾਰਡਿੰਗ ਮੈਂ ਹੁਣੇ ਹੀ ਮੀਡੀਆ ਨੂੰ ਦੇਣ ਲੱਗਾ। ਹੁਣ ਤੇ ਅਸਤੀਫਾ ਦੇ ਦਿਓ, ਹੁਣ ਤੇ ਪਠਾਨਕੋਟ ਦੀ ਜਨਤਾ ਨੂੰ ਦੱਸ ਦਿਓ ਕਿ ਹਾਂ ਮੈਂ ਡਾਕੇ ਮਾਰਿਆ, ਮੈਂ ਆਪਣੀ ਟੀਮ ਦੇ ਨਾਲ ਰਲ ਕੇ ਡਾਕੇ ਮਾਰਿਆ, ਔਰ ਮੇਰੀ ਚੋਰੀ ਫੜੀ ਗਈ ਹੈ, ਔਰ ਮੈਂ ਅਸਤੀਫਾ ਦੇਣ ਲੱਗਾ। ਜਿਹੜੀ ਲੇਡੀਜ਼ ਆ ਕੌਣ ਸੀਗੀ, ਜਿਹੜਾ ਬੋਲ ਰਿਹਾ ਉਹ ਕੌਣ ਹੈ, ਤੇ ਇਹ ਲੋਕ ਜਿਹੜੀ ਲੇਡੀਜ਼ ਹੈ ਜਿਸ ਕੋ ਪੈਸੇ ਮੰਗੇ ਗਏ ਇਹ ਸਾਹਮਣੇ ਆ ਕੇ ਬਿਆਨ ਦੇਣ ਨੂੰ ਤਿਆਰ ਹੈ? ਇਹ ਢਾਕੀ ਰੋਡ ਦੇ ਦੌਲਤਪੁਰ ਵਾਰਡ ਦੀ ਗੱਲ ਹੈ ਜੀ, ਠੀਕ ਹੈ ਜੀ। ਔਰ ਉੱਥੋਂ ਦੇ ਕੌਂਸਲਰ ਦਾ ਮਤਲਬ ਕਾਂਗਰਸ ਦਾ ਵਰਕਰ ਜਗ ਜ਼ਾਹਿਰ ਹੈ, ਸਾਰਾ ਇਲਾਕਾ ਜਾਣਦਾ ਹੈ ਕਿ ਬਈ ਇਹ ਕਾਂਗਰਸ ਦੇ ਕੌਂਸਲਰ ਦਾ ਵਰਕਰ ਹੈ। ਉਹ ਕਿਸੇ ਲੇਡੀਜ਼ ਕੋਲੋਂ ਕਹਿ ਰਿਹਾ ਕਿ ਤੁਹਾਨੂੰ 50,000 ਰੁਪਏ ਕੱਚੇ ਮਕਾਨਾਂ ਦੀ ਕਿਸ਼ਤ ਪਈ ਹੈ, ਇਹ ਚੋਂ 25,000 ਰੁਪਏ ਵਾਪਸ ਦੇ ਦਿਓ। ਔਰ ਮੈਂ ਡੀਸੀ ਸਾਹਿਬ ਅੱਗੇ ਰਿਟਨ ਇਹ ਐਪਲੀਕੇਸ਼ਨ ਦੇਣ ਲੱਗਾ ਬਤੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਔਰ ਬਤੌਰ ਹਾਊਸ ਦਾ ਮੈਂਬਰ ਮਿਊਨਿਸਪਲ ਕਾਰਪੋਰੇਸ਼ਨ ਦਾ, ਕਿ ਇਸ ਵੀਡੀਓ ਰਿਕਾਰਡਿੰਗ ਦੇ ਹਿਸਾਬ ਦੇ ਨਾਲ ਤੁਸੀਂ ਇਹ ਵਿਜੀਲੈਂਸ ਨੂੰ ਇਹ ਜਾਂਚ ਵਾਸਤੇ ਟੇਕਅਪ ਕਰੋ। ਜਦੋਂ ਵਿਜੀਲੈਂਸ ਨੇ ਜਿਹੜੇ ਸ਼ੱਕੀ ਬੰਦੇ ਨੇ, ਜਿਨ੍ਹਾਂ ਦੀ ਇਹ ਆਵਾਜ਼ ਹੈ ਔਰ ਜਿਨ੍ਹਾਂ ਦੀ ਇਹ ਫੋਟੋ ਆ ਰਹੀ ਹੈ, ਉਹਨਾਂ ਨੂੰ ਰਾਉਂਡ ਅਪ ਕਰਨਗੇ, ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਔਰ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਔਰ ਵਿਜੀਲੈਂਸ ਇਸ ਮੇਅਰ ਦੇ ਉੱਪਰ, ਇਹਦੀ ਪੂਰੀ ਟੀਮ ਦੇ ਉੱਪਰ ਆਰੋਪ ਤੈਅ ਕਰ ਦੇਗੀ, ਉਦੋਂ ਮੈਂ ਇਸ ਬੇਸ਼ਰਮ ਲੀਡਰ ਨੂੰ ਕਹਾਂਗਾ ਕਿ ਆਪਣਾ ਅਸਤੀਫਾ ਦੇ ਦਿਓ, ਜਿਨ੍ਹਾਂ ਨੇ ਕਰੋੜਾਂ ਰੁਪਇਆ ਲੋਕਾਂ ਦੇ ਪੈਸਿਆਂ ਦੇ ਉੱਪਰ ਡਾਕਾ ਪਾਇਆ। ਇਹ ਮਜ਼ਾਕ ਹੈ ਜੀ? ਤੁਸੀਂ ਐਡੀ ਵੱਡੀ ਸ਼ਹਿਰ ਦੀ ਐਡੀ ਇੰਪੋਰਟੈਂਟ ਸੀਟ ਦੇ ਉੱਪਰ, ਐਡੀ ਇੰਪੋਰਟੈਂਟ ਚੇਅਰ ਦੇ ਉੱਪਰ ਬੈਠੇ ਹੋ, ਇਹ ਮਜ਼ਾਕ ਹੈ ਜੀ? ਔਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਤੁਸੀਂ ਨਾਰੀ ਸ਼ਕਤੀ ਨੂੰ ਤੁਸੀਂ ਅਪਮਾਨਿਤ ਕਰਦੇ ਹੋ ਮਜ਼ਾਕ ਕਰਕੇ। ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਮੇਅਰ ਸਾਹਿਬ, ਤੁਹਾਨੂੰ ਬਿਲਕੁਲ ਸ਼ਰਮ ਆਣੀ ਚਾਹੀਦੀ ਹੈ। ਤੁਸੀਂ ਨਾਰੀ ਸ਼ਕਤੀ ਦਾ ਅਪਮਾਨ ਕਰਦੇ ਹੋ, ਤੁਸੀਂ ਬਿਲਕੁਲ ਸਹੀ ਲੈਂਗੁਏਜ ਹੈ, ਇਹ ਬਿਲਕੁਲ ਸਹੀ ਲੈਂਗੁਏਜ ਹੈ। ਜੇ ਤੁਸੀਂ ਸਾਰਿਆਂ ਦਾ ਮਜ਼ਾਕ ਉਡਾ ਸਕਦੇ ਹੋ ਤੇ ਬਿਲਕੁਲ ਸਹੀ ਲੈਂਗੁਏਜ ਹੈ, ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਤੁਸੀਂ ਇਹ ਦੱਸੋ, ਤੁਸੀਂ ਤੁਸੀਂ ਦੂਜਿਆਂ ਨੂੰ ਕਹਿੰਦੇ ਜਾਓ ਕਿ ਤੂੰ ਨਾ ਸ਼ਰਮ ਖਾਈ, ਔਰ ਤੁਸੀਂ ਸ਼ਰਮ ਕਰਦੇ ਹੋ? ਗੱਲ ਕਰਨ ਲੱਗਿਆ ਤੁਸੀਂ ਸ਼ਰਮ ਕਰਦੇ ਹੋ? ਗੱਲ ਖਤਮ ਕਰਦੇ ਆ। ਸਿਰਫ ਇੱਕ ਦੋ ਲਾਈਨਾਂ ਦਾ ਸ਼ੇਰ ਆ ਜਿਹੜਾ ਸਿਆਲ ਸਾਹਿਬ ਨੂੰ ਹੀ ਜਿਹੜਾ ਕੱਟਾ ਲੱਗਦਾ ਹੈ, ਇਹਨਾਂ ਨੂੰ ਟੁਕਦਾ ਕਿ ਗੁਬਾਰੇ ਜਬ ਫੂਲ ਜਾਤੇ हैं, ਗੁਬਾਰੇ ਤੁਸੀਂ ਦੇਖੇ ਹੋਣੇ ਆ, ਗੁਬਾਰੇ ਭਗਾਨੇ ਜਿਹਨਾਂ ਨੂੰ ਅਸੀਂ ਕਹਿੰਦੇ ਆ। गुब्बारे जब फूल जाते हैं पहले क्या थे भूल जाते हैं। ये पहला की ही वो भूल गया फटाफट है। कांग्रेस की पार्टी दे विच रह के तलवे चढ़दा ही सारियां दे। गुब्बारे जब फूल जाते हैं पहले क्या थे भूल जाते हैं। ਮਤੇ ਜੋ ਉਹਨਾਂ ਦੇ ਹੀ ਉਹ ਤੇ ਸਾਰੇ ਪਾਸ ਹੋਏ ਆ। ਉਹ ਮੋਲ ਇਸ ਕਰਕੇ ਵੀ ਭਖਿਆ ਕਿ ਜਿਹੜੀ ਅਸੀਂ ਇਹਨਾਂ ਨਾਲ ਸਾਡੇ ਆਦਰਨੀय ਐਮਐਲਏ ਸਾਹਿਬ ਅਸ਼ਵਨੀ ਸ਼ਰਮਾ ਜੀ ਨੇ ਵਾਅਦਾ ਕੀਤਾ ਕਿ ਸ਼ਹਿਰ ਦੀ ਡਿਵੈਲਪਮੈਂਟ ਤੇ ਕੋਈ ਅੜਚਨ ਨਹੀਂ ਪਾਣੀ। ਅਸੀਂ 10 ਮਹੀਨੇ ਪੂਰਾ ਟਾਈਮ ਦਿੱਤਾ ਮੇਅਰ ਸਾਹਿਬ ਨੂੰ, ਔਰ ਇਸ ਡਿਵੈਲਪਮੈਂਟ 'ਚ ਅਸੀਂ ਅੱਜ ਉਹ ਡਿਵੈਲਪਮੈਂਟ ਦੇ ਮੁੱਦੇ ਚੁੱਕੇ ਜਿਹੜਾ ਸ਼ਹਿਰ ਨਰਕ ਦੀ ओर ਜਾ ਰਿਹਾ। ਇਹ ਉਹ ਸ਼ਹਿਰ ਸੀ ਪਠਾਨਕੋਟ, ਐਸਾ ਸ਼ਹਿਰ ਸੀ ਜਿਹੜਾ ਬਹੁਤ ਵਧੀਆ ਹੈ। ਅਸੀਂ ਤੁਹਾਡੇ ਨਾਲ ਇਹ ਮੀਡੀਆ ਦੇ ਥਰੂ ਇਹ ਵੀ ਗੱਲ ਮੈਂ ਅੰਦਰ ਰੱਖੀ ਹੈ, ਜਿਸ ਵਿਧਾਇਕ ਦੀ ਗਲੀ ਨਾ ਬਣ ਸਕੇ ਉਹ ਉਸ ਹਾਊਸ 'ਚ ਬਹਿਣ ਦਾ ਸਾਡਾ ਵੀ ਅਧਿਕਾਰ ਭਾਰਤੀ ਜਨਤਾ ਪਾਰਟੀ ਦੀ ਕੋਈ ਲੀਡਰਸ਼ਿਪ ਦਾ ਨਹੀਂ ਹੋਣਾ। ਵਿਧਾਇਕ ਦੀ ਗਲੀ ਦਾ ਇਹ ਹਾਲ ਹੈ ਤੇ ਆਮ ਜਨਤਾ ਦਾ ਕੀ ਹਾਲ ਹੋ ਰਿਹਾ ਨਾ। ਤੁਸੀਂ ਕਾਲੀ ਮਾਤਾ ਮੰਦਿਰ ਦੇਖੋ, ਮਿਸ਼ਨ ਰੋਡ ਦਾ ਹਾਲ ਦੇਖੋ, ਬੁਰਾ ਹਾਲ ਹੈ। ਅਸੀਂ ਤੇ ਇਸ ਲੋਕਤੰਤਰ ਤੋਂ ਜਿੱਤ ਕੇ ਆਏ। ਅਸੀਂ ਇਹ ਕਹਿਣਾ ਚਾਹੁੰਦੇ ਸੀ ਮੇਅਰ ਸਾਹਿਬ ਨੂੰ ਕਿ ਅਸੀਂ ਤੁਹਾਡੇ ਨਾਲ ਆ, ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਨਾਲ ਆ, ਪਰ ਡਿਵੈਲਪਮੈਂਟ ਦਾ ਹਾਲ ਜੋ ਹੋ ਰਿਹਾ ਉਸ ਡਿਵੈਲਪਮੈਂਟ ਵਾਸਤੇ ਅੰਦਰ ਮੁੱਦੇ ਚੁੱਕੇ ਆ। ਤੁਹਾਡੇ ਸਾਹਮਣੇ ਵੀ ਡੀਸੀ ਸਾਹਿਬ ਨੇ ਵੀ ਕਿਹਾ ਕਿ ਸਾਡੇ ਸੰਨੀ ਦਿਓਲ ਜੀ ਦਾ ਫੰਡ ਵੀ ਆਇਆ, 72 ਲੱਖ ਰੁਪਇਆ ਇੱਕ ਫੰਡ ਹੋਰ ਆ ਗਿਆ। ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਐਮਪੀ ਨੇ ਸੰਨੀ ਦਿਓਲ ਜੀ ਨੇ ਉਹ ਫੰਡ ਵੀ ਦਿੱਤਾ। ਔਰ ਇਹ ਡਿਵੈਲਪਮੈਂਟ ਕਿਉਂਕਿ ਭਾਰਤੀ ਜਨਤਾ ਪਾਰਟੀ ਕਰਾ ਸਕਦੀ ਹੈ। ਅਸੀਂ ਤਾਂ 10 ਮਹੀਨੇ ਤੋਂ ਇਹਨਾਂ ਨਾਲ ਸੀ,
ਪਰ ਭਾਰਤੀ ਜਨਤਾ ਪਾਰਟੀ ਹੁਣ ਚੁੱਪ ਨਹੀਂ ਬੈਠੇਗੀ, ਸਾਡੀ ਕੋਈ ਲੀਡਰਸ਼ਿਪ ਚੁੱਪ ਨਹੀਂ ਬੈਠੇਗੀ। ਹਾਂ, ਜੇ ਇਹਨਾਂ ਨੇ 1.5-2 ਮਹੀਨੇ ਦਾ ਆਸ਼ਵਾਸਨ ਦਿੱਤਾ, ਡੀਸੀ ਸਾਹਿਬ ਵੀ ਦੇ ਕੇ ਗਏ ਨੇ, ਮੇਅਰ ਸਾਹਿਬ ਨੇ ਵੀ ਕਿਹਾ, ਹਾਂ ਜੇ 1.5-2 ਮਹੀਨੇ ਤੱਕ ਸਾਡੇ ਕੰਮ ਨਹੀਂ ਹੋਏ, ਜੇ ਸਾਨੂੰ ਧਰਨਾ ਵੀ ਦੇਣਾ ਪਿਆ, ਅਸੀਂ ਕਾਰਪੋਰੇਸ਼ਨ ਦੇ ਬਾਹਰ ਧਰਨਾ ਵੀ ਦਾਂਗੇ।